सतनाम करता पुरख निरभउ निर्वैर अकाल मूरत अजूनी सैभं गुरप्रसाद। मैं नाही कछौ नहीं किछ आह न मोरा अवसर लज्जा राख ले हो सदना जन तोरा। जागत जोत सतगुरु धन श्री गुरु ग्रंथ साहिब पातशाह जी की पावन हसूरी विच 8वें सतगुरु धन श्री गुरु हरकृष्ण साहिब महाराज के पावन चरण छो प्राप्त ये पवित्र अस्थान गुरुद्वारा बंगला साहिब विखे अमृत वेले दे दीवान दियां हाजरियां भर रहे समूह गुरमुख प्यारे सत्संगी जनों, देश विदेश विच इस दरबार विच चल रहे सत्संग दा लाहा मान रहे समूह सत्संगी जनों, अमृत के दाते सरबंस दानी धन गुरु गोबिंद सिंह साहिब पातशाह जी की बख्शिश की हुई गुरफतेह सांझी करिए जी। वाहिगुरु जी का खालसा वाहिगुरु जी की फतेह। गुरु दरबार विच चल रही श्री गुरु ग्रंथ साहिब महाराज की लड़ीवार शब्द विचार विच सतगुरु जी के दरबार तो वरवसाए हुए सतगुरु जी की बख्शिश की हुई गुरमत जुगत नूं मन बचन कर्म करके अपने हिरदे विच दृढ़ करने वाले कमाउण वाले भट जना विचों ब्रह्मवेता पुरुष भाई मथुरा जी उन्हां दे मुखारबिंद तो उचारण कीता होया रब्बी जोत नाल प्रकाशे हुए गुरु नानक पातशाह जी दे चौथे स्वरूप धन गुरु रामदास साहिब महाराज जी की गुरु जोत की महिमा दे प्रति ये बचन गुरु सवारे सत्कारयोग भाई साहब रणजीत सिंह जी होरां पासों आप जी ने श्रवण किया। इस अमृत बचन रूप सवैये दे विच भट मथुरा जी सानू गुरु जोत की महिमा का बोध कराउंदे ने। वो महिमा जिसनू भट साहिबान ने आप गुरु दरबार विच हाजिर हो के सतसंगियां नाल मिल बैठ के गुरु दे सन्मुख समझिया बुझिया विचारिया ते अपनी सुरती बिरती दे विच हिरदे दे विच उस महिमा का एहसास करदियां होइयां गुरु दे लड़ लगे, गुरु नूं समर्पित होए, अपने अंदर दा गुरु दर ते आउण तो पहलां दा सारा ज्ञान जिहड़ा उन्हां ने अपने पुरखियां कोलों विद्वान जनां कोलों पंडितां कोलों होर धार्मिक खेत्र विच विचरण वाले ज्ञान दे खेत्र विच विचरण वाले सज्जणा पुरुषां कोलों हासिल कीता सी, जिहदे सिर ते उन्होंने संसार दे विच मान सत्कार हासिल किया, अपनी रोजी रोटी का वसीला भी उन्होंने बनाया, बहुत कुछ उन्होंने मिलिया। इस वेदां शास्त्रां दे ज्ञान का सदका पर जो कुछ उन्हां कोलों नहीं सी वो ये सी अंदर दी शांति, अंदर दी संतुष्टि, अंदर दी बेमोहताजी।
ਇੱਕ ਬੇਪਰਵਾਹੀ, ਇੱਕ ਸਹਿਜ ਟਿਕਾਊ ਅਡੋਲਤਾ, ਨਿਰਭੈਤਾ, ਇਹ ਉਹਨਾਂ ਕੋਲ ਨਹੀਂ ਸੀ। ਇਸੇ ਕਰਕੇ ਗੁਰੂ ਕੋਲ ਆਉਣ ਦੀ, ਗੁਰੂ ਦਰਬਾਰ ਵਿੱਚ ਆਉਣ ਦੀ ਉਹਨਾਂ ਨੂੰ ਲੋੜ ਮਹਿਸੂਸ ਹੋਈ ਸੀ। ਤੇ ਇਸ ਲੋੜ ਦੇ ਕਰਕੇ ਜਦੋਂ ਆਏ, ਇੰਨੇ ਆਪਣੱਤ ਭਰੇ ਤਰੀਕੇ ਨਾਲ ਆਏ, ਇੰਨੇ ਜ਼ਿਆਦਾ ਜਗਿਆਸੂ ਮਨ ਨਾਲ ਆਏ, ਵਿਆਕੁਲਤਾ ਵਿੱਚ ਆਏ ਕਿ ਉਹਨਾਂ ਦਾ ਆਉਣਾ ਗੁਰੂ ਦਰ ਤੇ ਪ੍ਰਵਾਨ ਹੋ ਗਿਆ। ਅੱਜ ਜਦੋਂ ਅਸੀਂ ਉਹਨਾਂ ਦੇ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਦੇ ਹਾਂ ਤਾਂ ਇਹਨਾਂ ਬਚਨਾਂ ਨੂੰ ਵਿਚਾਰਨ ਦਾ ਮਕਸਦ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਪਿਆਰਿਓ, ਅਸੀਂ ਵੀ ਮਨੁੱਖ ਕਹਾਉਣ ਵਾਲੇ, ਅਸੀਂ ਵੀ ਆਪੋ ਆਪਣੀ ਸਮਝ ਅਨੁਸਾਰ, ਸਮਰੱਥਾ ਅਨੁਸਾਰ ਸੰਸਾਰ ਦੇ ਵਿੱਚ ਵੱਖੋ ਵੱਖਰੇ ਕਾਰਜ ਖੇਤਰਾਂ ਵਿੱਚ ਵਿਚਰਦੇ ਹਾਂ। ਆਪਣੇ ਲਈ, ਆਪਣੇ ਪਰਿਵਾਰਾਂ ਲਈ ਕਈ ਤਰ੍ਹਾਂ ਦੇ ਸੁੱਖ ਸਾਧਨ, ਮਾਣ ਪਦਵੀਆਂ ਹਾਸਲ ਕੀਤੀਆਂ ਨੇ। ਘੱਟ ਜਾਂ ਵੱਧ ਤਰੱਦਦ ਕਰਦਿਆਂ, ਮਿਹਨਤ ਕਰਦਿਆਂ ਸੁੱਖ ਸਾਧਨ ਇਕੱਤਰ ਕੀਤੇ ਨੇ, ਜਿੰਨਾ ਵੀ ਸੰਭਵ ਹੋ ਸਕਿਆ। ਪਰ ਅਸੀਂ ਗੁਰੂ ਦਰਬਾਰ ਤੇ ਆਉਣ ਵਾਲੇ ਜਾਂ ਦੁਨੀਆ ਦੇ ਹੋਰ ਧਾਰਮਿਕ ਵਿਸ਼ਵਾਸਾਂ ਵਿੱਚ ਵਿਚਰਨ ਵਾਲੇ ਆਪੋ ਆਪਣੇ ਧਰਮ ਅਸਥਾਨਾਂ ਤੇ ਜਾ ਰਹੇ ਨੇ ਲੋਕ, ਹੋਰ ਵੀ ਬਹੁਤ ਸਾਰੇ ਔੜ ਪੌੜ ਕਰ ਰਹੇ ਨੇ। ਕਾਹਦੇ ਵਾਸਤੇ? ਕਿਤੇ ਨਾ ਕਿਤੇ ਕੁਝ ਅੰਦਰ ਇਹੋ ਜਿਹੀ ਤੋਟ ਮਹਿਸੂਸ ਹੁੰਦੀ ਹੈ ਸਾਨੂੰ ਸਾਰਿਆਂ ਨੂੰ। ਕੋਈ ਖੁਦਿਆ, ਕੋਈ ਭਟਕਣਾ, ਕੋਈ ਬੇਚੈਨੀ ਸਾਡੇ ਅੰਦਰ ਇਹੋ ਜਿਹੀ ਹੈ ਜਿਹਨੂੰ ਭਾਵੇਂ ਅਸੀਂ ਪੂਰਨ ਤੌਰ ਤੇ ਬਿਆਨ ਨਾ ਕਰ ਸਕਦੇ ਹੋਈਏ, ਪਰ ਮਹਿਸੂਸ ਜ਼ਰੂਰ ਕਰਦੇ ਹਾਂ। ਔਰ ਉਹਦੇ ਬਹੁਤ ਸਾਰੇ ਕਾਰਨ ਨੇ। ਅੱਜ ਜੋ ਭੱਟ ਜੀ ਬਚਨ ਕਰ ਰਹੇ ਹੈ ਨਾ, ਇਹਦੇ ਵਿੱਚ ਬਹੁਤ ਸਾਰੀਆਂ ਰਮਜ਼ ਭਰੀਆਂ ਗੱਲਾਂ ਭੱਟ ਜੀ ਨੇ ਸਾਡੇ ਨਾਲ ਕੀਤੀਆਂ ਨੇ। ਪਹਿਲੀ ਗੱਲ ਤਾਂ ਭੱਟ ਸਾਹਿਬ ਇਹ ਕਹਿੰਦੇ ਆ ਕਿ ਮੈਂ ਜੋ ਕੁਝ ਤੁਹਾਡੇ ਨਾਲ ਬਚਨ ਕਰ ਰਿਹਾ ਨਾ, ਗੁਰੂ ਦੀ ਮਹਿਮਾ ਦੇ ਸੰਬੰਧ ਵਿੱਚ, ਇਹ ਐਵੇਂ ਕੋਈ ਵਧਾ ਚੜਾ ਕੇ ਗੱਲ ਨਹੀਂ ਕਰ ਰਿਹਾ। ਕੋਈ ਭਾਵੁਕ ਹੋ ਕੇ, ਜਜ਼ਬਾਤੀ ਹੋ ਕੇ ਆਪਣੇ ਗੁਰੂ ਨੂੰ ਚੰਗੇ ਚੰਗੇ ਉਸਤਤੀ ਭਰੇ ਬਚਨ ਸੁਣਾ ਕੇ ਖੁਸ਼ਾਮਦ ਨਹੀਂ, ਏਦਾਂ ਗੁਰੂ ਦੀ ਖੁਸ਼ੀ ਚਾਪਲੂਸੀ ਵਾਲੀ ਪ੍ਰਾਪਤ ਕਰਨ ਦੀ ਮੇਰੇ ਅੰਦਰ ਬਿਰਤੀ ਨਹੀਂ ਹੈ। ਮੈਂ ਜੋ ਕੁਝ ਮਾਣਿਆ ਗੁਰੂ ਕੋਲ ਆ ਕੇ, ਜੋ ਕੁਝ ਅਨੁਭਵ ਕੀਤਾ, ਜੋ ਮੈਂ ਆਪਣੇ ਜੀਵਨ ਦਾ ਲੇਖਾ ਜੋਖਾ ਕਰਦਿਆਂ ਆਪਣੀ ਸੁਰਤੀ ਬਿਰਤੀ ਦੇ ਵਿੱਚ ਤਬਦੀਲੀਆਂ ਬਖਸ਼ਿਸ਼ ਭਰੀਆਂ ਮਹਿਸੂਸ ਕੀਤੀਆਂ ਨੇ, ਮਾਣ ਕਰਨ ਯੋਗ, ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਔਰ ਸੱਚ ਕਹਿ ਰਹੇ ਹਾਂ, ਤੱਥ ਦੀ ਗੱਲ ਕਰ ਰਹੇ ਹਾਂ। ਤੇ ਕਰ ਇਸ ਕਰਕੇ ਰਹੇ ਹਾਂ ਕਿ ਜੋ ਕੁਝ ਬਖਸ਼ਿਸ਼ਾਂ ਮੇਰੇ ਤੇ ਹੋਈਆਂ ਨੇ, ਪੜ੍ਹਨ ਸੁਣਨ ਵਾਲਿਓ, ਜੇ ਤੁਸੀਂ ਮੇਰੇ ਵਾਂਗ ਜਗਿਆਸੂ ਬਣ ਕੇ ਗੁਰੂ ਕੋਲ ਆਓ ਤੇ ਤੁਹਾਡੇ ਤੇ ਵੀ ਇਹ ਹੋ ਸਕਦੀਆਂ ਨੇ ਬਖਸ਼ਿਸ਼ਾਂ। ਹੁਣ ਇਸ ਤੋਂ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ ਜੀ? ਦੁਨੀਆ ਦੇ ਅਮੀਰਾਂ ਵਜ਼ੀਰਾਂ ਦੀ ਖੁਸ਼ਾਮਦ ਕਰਦਿਆਂ, ਰੋਜ਼ੀ ਰੋਟੀ ਦੇ ਵਾਸਤੇ, ਆਪਣੀ ਗਰਜ਼ ਦੇ ਵਾਸਤੇ ਉਹਨਾਂ ਕੋਲ ਜਾ ਕੇ ਉਹਨਾਂ ਦਾ ਜਸ ਗਾਇਨ ਕਰਦੇ ਸੀ ਸਾਰੀ ਭੱਟ। ਪਿਤਾ ਪੁਰਖੀ ਕੰਮ ਸੀ ਉਹਨਾਂ ਦਾ ਇਹ। ਪਰ ਜੋ ਕੁਝ ਬੋਲਿਆ, ਜੋ ਕੁਝ ਅਮੀਰਾਂ ਵਜ਼ੀਰਾਂ ਦੀ ਉਸਤਤ ਕੀਤੀ, ਬਹੁਤ ਚੋਣਵੇਂ ਲਫ਼ਜ਼ ਬੋਲ ਬੋਲ ਕੇ ਅਮੀਰਾਂ ਵਜ਼ੀਰਾਂ ਰਾਜਿਆਂ ਮਹਾਰਾਜਿਆਂ ਨੂੰ ਖੁਸ਼ ਕਰ ਲਿਆ, ਸੰਸਾਰਕ ਪ੍ਰਾਪਤੀਆਂ ਕਰ ਲਈਆਂ, ਲੇਕਿਨ ਉਹ ਬੋਲ ਕਿੱਥੇ ਨੇ? ਵੱਡੇ ਵੱਡੇ ਪੰਡਿਤ ਕਵੀ ਕਹਾਉਣ ਵਾਲੇ ਬਹੁਤ ਕੁਝ ਆਪਣੇ ਜੀਵਨ ਦੇ ਵਿੱਚ ਗਿਆਨ ਹਾਸਲ ਕਰਕੇ ਉਹਨੂੰ ਸ਼ਬਦੀ ਰੂਪ ਦੇ ਕੇ ਲਿਖ ਦਿੰਦੇ ਨੇ, ਬੋਲਦੇ ਨੇ,
ਪਰ ਉਹ ਬੋਲ ਚਿਰ ਸਥਾਈ ਨਹੀਂ ਹੁੰਦੇ। ਸਮੇਂ ਦੇ ਨਾਲ ਨਾਲ ਉਹ ਗੁਆਚ ਜਾਂਦੇ ਹੈ। ਲੇਕਿਨ ਭੱਟ ਸਾਹਿਬਾਨ ਦੀ ਆ ਜਿਹੜੀ ਬਾਣੀ ਹੈ, ਜਿਹਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਸਾਹਿਬਾਨ ਭਗਤ ਸਾਹਿਬਾਨ ਦੇ ਨਾਲ ਹੀ ਲੋਕ ਪਰਲੋਕ ਦਾ ਸੁਖਦਾਤਾ ਗਿਆਨ ਜਾਣਦਿਆਂ ਹੋਇਆਂ ਨਮਸਕਾਰ ਕਰਦੇ ਆ, ਇਹ ਤੇ ਜਿੰਨਾ ਚਿਰ ਤੱਕ ਦੁਨੀਆ ਰਹਿਣੀ ਹੈ ਇਹ ਸਾਧ ਬਚਨ ਅਟਲਾਦਾ ਹੈ। ਇਹਨਾਂ ਨੇ ਨਹੀਂ ਗੁਆਚਣਾ, ਇਹਨਾਂ ਨੇ ਲੁਪਤ ਨਹੀਂ ਹੋਣਾ। ਔਰ ਇਹ ਵੀ ਸੱਚ ਹੈ ਕਿ ਇਹਨਾਂ ਬਚਨਾਂ ਨੂੰ ਜਿਹੜਾ ਵੀ ਸਿੱਖ ਸੇਵਕ ਦੇ ਰੂਪ ਵਿੱਚ ਜਗਿਆਸੂ ਬਣ ਕੇ ਪੜ੍ਹੇ ਸੁਣੇਗਾ, ਗਾਏਗਾ, ਵਿਚਾਰੇਗਾ, ਤਾਏ ਕਹਾਂ ਪਰਵਾਹ ਕਾਹੂ ਕੀ, ਉਹ ਵੀ ਬੇਪਰਵਾਹੀ ਦੀ, ਮਸਤੀ ਦੀ ਅਵਸਥਾ ਵਿੱਚ, ਆਨੰਦ ਦੀ, ਅਡੋਲਤਾ ਦੀ ਅਵਸਥਾ ਵਿੱਚ ਜਿਉਣ ਦੇ ਅਧਿਕਾਰੀ ਬਣ ਸਕਣਗੇ। ਬਣਦੇ ਆਏ ਨੇ। ਔਰ ਅੱਜ ਜਦੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ ਤੇ ਸਾਡੇ ਸਾਹਮਣੇ ਵੀ ਇਹ ਮਕਸਦ ਸਪਸ਼ਟ ਹੋਣਾ ਚਾਹੀਦਾ ਹੈ। ਇਹ ਕਥਾ ਵਿਚਾਰਾਂ ਕਰ ਲੈਣੀਆਂ, ਸੁਣ ਲੈਣੀਆਂ, ਨਾ ਕੇਵਲ ਇਹ ਰੋਜ਼ੀ ਰੋਟੀ ਦਾ ਵਸੀਲਾ ਹੈ, ਨਾ ਕੇਵਲ ਕੁਝ ਘੜੀਆਂ ਕੰਨ ਰਸ ਦੇ ਅਧੀਨ ਕੋਈ ਚੰਗੀਆਂ ਚੰਗੀਆਂ ਗੱਲਾਂ ਸੁਣਾਉਣ ਲੈਣ ਦਾ ਇੱਕ ਤਰੀਕਾ ਹੈ, ਨਹੀਂ। ਇਹਨਾਂ ਬੋਲਾਂ ਦੇ ਨਾਲ ਬਿਤਾਇਆ ਹੋਇਆ ਇੱਕ ਇੱਕ ਪਲ ਜਿਹੜਾ ਹੈ ਉਹ ਬਹੁਤ ਕੀਮਤੀ ਹੈ। ਕੀਮਤੀ ਇਸ ਕਰਕੇ ਕਿ ਇਹਨਾਂ ਬੋਲਾਂ ਦੇ ਪੜ੍ਹਨ, ਸੁਣਨ, ਵਿਚਾਰਨ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਸਾਡੀ ਅਵਸਥਾ ਸੀ, ਤਰਸਯੋਗ ਅਵਸਥਾ, ਉਸ ਨੂੰ ਮਾਣ ਕਰਨ ਯੋਗ ਅਵਸਥਾ ਵਿੱਚ ਬਦਲਿਆ ਜਾ ਸਕਦਾ ਹੈ। ਔਰ ਇਹੀ ਮਨੁੱਖਾਂ ਦੀ ਸੰਸਾਰ ਦੀ ਭੀੜ ਵਿੱਚੋਂ ਨਿਕਲ ਕੇ ਗੁਰੂ ਕੋਲ ਆ ਕੇ ਬੈਠਣ ਦਾ ਮਕਸਦ ਹੈ। ਭਲਿਓ, ਮਨੁੱਖ ਤੋਂ ਸਿੱਖ ਬਣਨ ਦਾ ਤੇ ਸਿੱਖ ਤੋਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਭੱਟ ਸਾਹਿਬਾਨ ਵਾਂਗ ਗੁਰੂ ਰੂਪ ਹੋਣ ਦਾ ਤੇ ਗੁਰੂ ਰੂਪ ਹੋ ਕੇ ਰੱਬ ਰੂਪ ਹੋਣ ਦਾ ਇਹੋ ਹੀ ਜੀਵਨ ਮਕਸਦ ਹੈ ਤੇ ਇਹੋ ਹੀ ਜੀਵਨ ਯਾਤਰਾ ਦੀ ਮਾਣ ਕਰਨ ਯੋਗ ਗਾਥਾ ਹੈ, ਕਹਾਣੀ ਹੈ। ਨਹੀਂ ਤੇ ਗੁਰੂਦੇਵ ਕਹਿੰਦੇ ਇੱਥੇ ਤੇ ਕੀ ਹੋ ਰਿਹਾ ਇਸ ਸੰਸਾਰ ਵਿੱਚ, ਜੋ ਜੋ ਜੂਨੀ ਆਇਓ ਤੇ ਤੇ ਭਰਮਾਇਓ, ਮਾਨਸ ਜਨਮ ਸੰਜੋਗ ਪਾਇਆ। ਮਨੁੱਖਾ ਜਨਮ ਤੇ ਮਹਾਰਾਜ ਕਹਿੰਦੇ ਮਿਲ ਗਿਆ ਸਾਨੂੰ ਸਾਰਿਆਂ ਨੂੰ, ਭਾਵੇਂ ਉਹ ਇਸਤਰੀ ਰੂਪ ਭਾਂਡੇ ਵਿੱਚ ਮਿਲਿਆ ਤੇ ਭਾਵੇਂ ਉਹ ਪੁਰਸ਼ ਰੂਪ ਭਾਂਡੇ ਵਿੱਚ ਮਿਲ ਗਿਆ ਸਾਨੂੰ। ਪਰ ਸਾਹਿਬ ਜੀ ਕਹਿੰਦੇ ਹੋ ਕੀ ਰਿਹਾ, ਮਨੁੱਖਾ ਜਨਮ ਤੇ ਮਿਲ ਗਿਆ, ਲੇਕਿਨ ਇਹ ਸਾਰਾ ਜਨਮ ਸਵਾਏ ਭਰਮ, ਭਟਕਣਾ, ਭੁਲੇਖਿਆਂ, ਅਗਿਆਨਤਾ ਦੇ ਵਿੱਚ, ਅਵੇਸਲੇਪਣ ਦੇ ਅੰਦਰ, ਲਾਪਰਵਾਹੀ ਦੇ ਅੰਦਰ ਬਤੀਤ ਹੋ ਗਿਆ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਦਾ ਸੱਚ ਹੀ ਹਰ ਇੱਕ ਦੇ ਜੀਵਨ ਵਿੱਚ ਚਲੀ ਗਿਆ। ਜੋ ਜੋ ਜੂਨੇ ਆਇਓ ਤੇ ਤੇ ਭਰਮਾਇਓ। ਭਰਮਾਇਓ ਦਾ ਮਤਲਬ ਭਰਮ ਭੁਲੇਖੇ ਵਿੱਚ ਪੈ ਗਿਆ। ਮਕਸਦ ਕੁਝ ਹੋਰ ਸੀ, ਬਣਾ ਅਸੀਂ ਕੁਝ ਹੋਰ ਲਿਆ। ਅਸੀਂ ਸਮਝਿਆ ਕਿ ਜੇ ਇੱਥੇ ਚੰਗਾ ਚੰਗਾ ਖਾਣ ਨੂੰ, ਪੀਣ ਨੂੰ, ਪਹਿਨਣ ਨੂੰ, ਚੰਗੇ ਮਹਿਲ ਮਾੜੀਆਂ, ਵੱਡੀਆਂ ਵੱਡੀਆਂ ਪਦਵੀਆਂ, ਵਾਹਵਾ ਕਰਨ ਵਾਲੀ ਆਸੇ ਪਾਸੇ ਸਾਡੇ ਭੀੜ ਹੋਏਗੀ, ਫਿਰ ਬੜੀ ਜ਼ਿੰਦਗੀ ਕਾਮਯਾਬ ਹੈ। ਅਸੀਂ ਸਫਲਤਾ ਦੀ ਕਸਵੱਟੀ ਇਸ ਗੱਲ ਨੂੰ ਬਣਾ ਲਿਆ। ਸੰਸਾਰਿਕ ਤੌਰ ਤੇ ਰਿਸ਼ਟ ਪੁਸ਼ਟ ਸਰੀਰ ਹੋ ਜਾਏ, ਖਾਣ ਪੀਣ ਨੂੰ 36 ਪਦਾਰਥ ਸਵਾਦਲੇ ਆਸੇ ਪਾਸੇ ਹੋਣ, ਖੂਬ ਧਨ ਦੌਲਤ ਮਾਇਆ ਹੋਵੇ, ਲੋਕੀ ਸਾਡੀ ਵਾਹਵਾ ਕਰਨ ਵਾਸਤੇ ਤਿਆਰ ਰਹਿਣ ਹਮੇਸ਼ਾ, ਬਹੁਤ ਸੁੰਦਰ ਮਹਿਲ ਮਾੜੀਆਂ ਹੋਣ, ਇਹ ਸਾਰਾ ਕੁਝ ਜੇ ਪ੍ਰਾਪਤ ਹੋ ਜਾਏ ਤੇ ਜ਼ਿੰਦਗੀ ਬਹੁਤ ਕਾਮਯਾਬ। ਤੇ ਇਸ ਦੀ ਪ੍ਰਾਪਤੀ ਵਾਸਤੇ ਫਿਰ ਅਸੀਂ ਆਪਣੀਆਂ ਜਿਹੜੀਆਂ ਕੁਦਰਤੀ ਲੋੜਾਂ ਸਾਡੇ ਜੀਵਨ ਦੇ ਨਾਲ ਹੀ ਪੈਦਾ ਹੁੰਦੀਆਂ ਨੇ, ਉਹਨਾਂ ਲੋੜਾਂ ਨੂੰ ਗੈਰ ਕੁਦਰਤੀ ਰੂਪ ਦੇ ਕੇ
ਇੱਛਾਵਾਂ ਨੂੰ ਤ੍ਰਿਸ਼ਨਾ ਵਿੱਚ ਬਦਲਦੇ ਆ, ਹਵਸ ਵਿੱਚ ਬਦਲਦੇ ਆ, ਤੇ ਉਹਦਾ ਨਤੀਜਾ ਫਿਰ ਇਹ ਨਿਕਲਦਾ, ਮਹਾਰਾਜ ਕਹਿੰਦੇ ਕਿਸੇ ਕਿਸੇ ਮਨੁੱਖ ਨੂੰ ਇੱਥੇ ਟਿਕਾਊ ਵਾਲੀ ਜ਼ਿੰਦਗੀ ਨਸੀਬ ਹੁੰਦੀ ਹੈ, ਨਹੀਂ ਤੇ ਸਭ ਭਟਕਣਾ ਵਿੱਚ, ਬੇਚੈਨੀ ਚ ਪਏ। ਮਾਨਸ ਜਨਮ ਸੰਜੋਗ ਪਾਇਆ, ਸੰਜੋਗ ਦਾ ਇੱਥੇ ਹੈ ਖੁਸ਼ਕਿਸਮਤੀ ਨਾਲ ਅਰਥ। ਕਿਸੇ ਕਿਸੇ ਨੂੰ ਭਾਗਾਂ ਵਾਲੇ ਨੂੰ ਮਿਲਦਾ ਹੈ ਮਨੁੱਖਾ ਜਨਮ। ਮਹਾਰਾਜ ਇਹ ਕੀ ਬਚਨ ਹੋਇਆ ਜੀ, ਮਨੁੱਖ ਤੇ ਅਸੀਂ ਹੈਗੇ ਆ? ਮਹਾਰਾਜ ਕਹਿੰਦੇ ਨਾ, ਸੱਚ ਇਹ ਹੈ ਕਿ ਸਰੀਰ ਰੂਪੀ ਭਾਂਡਿਆਂ ਕਰਕੇ ਤੁਸੀਂ ਮਨੁੱਖ ਲੱਗਦੇ ਹੋ, ਪਰ ਮਨੁੱਖ ਦੇ ਰੂਪ ਦੇ ਵਿੱਚ ਆਮ ਪਸ਼ੂ ਜੀਵ ਜੰਤੂਆਂ ਦੀਆਂ ਜੂਨੀਆਂ ਨਾਲੋਂ ਜਿਹੜਾ ਤੁਹਾਡਾ ਫਰਕ ਹੋਣਾ ਚਾਹੀਦਾ ਹੈ, ਤੁਹਾਡੀ ਸ੍ਰੇਸ਼ਟਤਾ, ਤੁਹਾਡੀ ਸਿੱਖਦਾਰੀ, ਤੁਹਾਡੀ ਸਮਝਦਾਰੀ, ਤੁਹਾਡੀ ਜੀਵਨ ਅਵਸਥਾ, ਉਹ ਜਿਹੜੀ ਨਜ਼ਰ ਆਉਣੀ ਚਾਹੀਦੀ ਹੈ ਉਹ ਤੇ ਨਜ਼ਰ ਹੀ ਨਹੀਂ ਆਉਂਦੀ ਪਈ। ਖੜੋਤ ਹੈ ਤੁਹਾਡੀ ਜ਼ਿੰਦਗੀ ਵਿੱਚ, ਜਿਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਖੜੋਤ ਹੈ। ਉਹ ਵੀ ਤੇ ਸਾਰੀ ਜ਼ਿੰਦਗੀ ਇਹੀ ਕਰਦੇ ਆ। ਕਿਸੇ ਪਸ਼ੂ ਦੇ ਘਰ, ਕਿਸੇ ਪੰਛੀ ਦੇ ਘਰ, ਕਿਸੇ ਹੋਰ ਜੀਵ ਜੰਤੂ ਕੀੜੇ ਮਕੌੜੇ ਦੇ ਘਰ ਕੋਈ ਅੱਗੋਂ ਜੀਵ ਜੰਤੂ ਪੈਦਾ ਹੋਇਆ, ਆਪਣੀ ਪਿਤਾ ਪੁਰਖੀ ਸੋਚ ਦੇ ਅਧੀਨ ਆਲਣੇ ਵਿੱਚ, ਕਿਸੇ ਘੁਰਨੇ ਵਿੱਚ, ਪਾਣੀ ਵਿੱਚ ਪੈਦਾ ਹੋਇਆ। ਮਾਂ ਪਿਓ ਨੇ ਚੋਗਾ ਚੋਗ ਕੇ ਲਿਆਤਾ, ਖਾ ਲਿਆ, ਜਵਾਨ ਹੋਇਆ। ਫਿਰ ਮਾਂ ਪਿਓ ਵਾਂਗ ਹੀ ਅੱਗੋਂ ਉਸਨੇ ਵੀ ਆਪਣਾ ਸਾਥੀ ਚੁਣ ਕੇ ਆਪਣਾ ਪਰਿਵਾਰ ਬਣਾ ਲਿਆ, ਚੋਗਾ ਚੁਗਿਆ, ਤੇ ਕੁਝ ਸਮੇਂ ਬਾਅਦ ਤੁਰ ਗਿਆ। ਕੁਝ ਸਰੀਰਕ ਬਿਰਤੀਆਂ, ਕਾਮ ਦੀਆਂ, ਭੁੱਖ ਦੀਆਂ, ਉਹਨਾਂ ਨੇ ਵੀ ਬਤੀਤ ਕੀਤੀਆਂ, ਹੰਡਾਈਆਂ, ਤੇ ਤੁਰ ਗਏ। ਤੇ ਸਾਹਿਬ ਕਹਿੰਦੇ ਇਸ ਸੰਸਾਰ ਵਿੱਚ ਮਨੁੱਖ ਕਹਾਉਣ ਵਾਲਾ ਕੀ ਕਰ ਰਿਹਾ? ਉਹ ਵੀ ਤੇ ਇੱਥੇ ਤੱਕ ਹੀ ਆਪਣੇ ਕੁਝ ਕੁ ਜਜ਼ਬਿਆਂ ਤੱਕ ਆਪਣੇ ਜੀਵਨ ਨੂੰ ਸੀਮਤ ਕਰਕੇ, ਖਾਣਾ ਪੀਣਾ ਹੱਸਣਾ ਸੌਣਾ ਤੱਕ ਸੀਮਤ ਹੈ। ਉਹਨਾਂ ਜੀਵ ਜੰਤੂਆਂ ਵਿੱਚ, ਪਸ਼ੂ ਪੰਛੀਆਂ ਵਿੱਚ ਤੇ ਮਨੁੱਖ ਦੇ ਵਿੱਚ ਫਰਕ ਕੀ ਹੋਇਆ? ਸਾਹਿਬ ਕਹਿੰਦੇ ਫਰਕ ਇਹ ਹੋਣਾ ਚਾਹੀਦਾ ਸੀ ਕਿ ਜਿਹੜੀ ਸਮਝ ਬੂਝ ਸੋਝੀ ਸੁਰਤੀ ਬਿਰਤੀ ਅਕਲ ਸਿਆਣਪ ਤੁਹਾਨੂੰ ਮਿਲੀ ਸੀ, ਉਹ ਉਹਨਾਂ ਨਾਲੋਂ ਕੁਝ ਵੱਖਰੇ ਕਿਸਮ ਦੀ ਸੀ। ਵੱਖਰੇ ਕਿਸਮ ਦੀ ਇਸ ਪੱਖੋਂ ਸੀ ਕਿ ਤੁਸੀਂ ਜੀਵਨ ਦੀ ਖੜੋਤ ਨੂੰ ਤੋੜ ਕੇ, ਤੁਹਾਡੇ ਮਾਂ-ਪਿਓ ਜਿਸ ਤਰ੍ਹਾਂ ਦੇ ਸੀ ਉਹਨਾਂ ਨਾਲੋਂ ਚੰਗੇ ਵੀ ਬਣ ਸਕਦੇ ਸੀ, ਤੇ ਜੇ ਨਾ ਵਰਤਣੀ ਆਉਂਦੀ ਤਾਂ ਉਹਨਾਂ ਨਾਲੋਂ ਮਾੜੇ ਵੀ ਹੋ ਸਕਦੇ ਸੀ। ਹਰਨਾਕਸ਼ ਦੇ ਘਰ ਪੈਦਾ ਹੋ ਕੇ ਪ੍ਰਹਿਲਾਦ ਵੀ ਬਣਿਆ ਜਾ ਸਕਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੇ ਘਰ ਬਣ ਕੇ ਪ੍ਰੀਤੀ ਚੰਦ ਵੀ ਬਣਿਆ ਜਾ ਸਕਦਾ। ਇਹ ਫਰਕ ਹੈ ਗੁਰੂ ਪਿਆਰਿਓ। ਸਾਹਿਬ ਕਹਿੰਦੇ ਮੈਂ ਤੁਹਾਨੂੰ ਇੱਥੇ ਬੈਠ ਕੇ ਦੁਨੀਆ ਦੀ ਭੀੜ ਵਿੱਚ ਗੁਆਚ ਕੇ ਮਨੁੱਖ ਤੋਂ ਪਸ਼ੂ ਬਿਰਤੀ ਵੱਲ ਜਾਂਦਾ ਨਹੀਂ ਦੇਖਣਾ ਚਾਹੁੰਦਾ। ਮੈਂ ਤੁਹਾਨੂੰ ਮਨੁੱਖ ਤੋਂ ਦੈਵੀ ਬਿਰਤੀਆਂ ਵਾਲਾ ਗੁਰੂ ਰੂਪ ਤੇ ਗੁਰੂ ਦੀ ਜੋਤ ਰਾਹੀਂ ਰੱਬ ਰੂਪ ਬਣਿਆ ਦੇਖਣਾ ਚਾਹੁੰਦਾ। ਮੇਰੀ ਤੇ ਸੇਵਾ ਹੀ ਇਹ ਲੱਗੀ ਹੈ, ਮੇਰੀ ਤੇ ਜ਼ਿੰਮੇਵਾਰੀ ਵਾਹਿਗੁਰੂ ਜੀ ਨੇ ਇਹ ਸੌਂਪੀ ਹੈ। ਇਹੀ ਚੜਿਆ ਸੋਧਣ ਧਰਤ ਲੁਕਾਈ ਦਾ ਗੁਰੂ ਮਕਸਦ ਹੈ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਗੁਬਾਰ ਅਗਿਆਨਤਾ ਦਾ, ਤੇ ਉਹਦੇ ਗੁਬਾਰ ਦੇ ਵਿੱਚ, ਗੁਬਾਰ ਦੇ ਅਗਿਆਨਤਾ ਦੇ ਇਸ ਧੁੰਦਮਈ ਹਨੇਰੇ ਦੇ ਵਿੱਚ ਠੋਕਰਾਂ ਖਾਂਦੀ ਲੁਕਾਈ। ਗੁਰੂ ਸਾਹਿਬ ਕਹਿੰਦੇ ਮੇਰੀ ਜ਼ਿੰਮੇਵਾਰੀ ਇਹ ਲੱਗੀ ਕਿ ਇਹਨਾਂ ਨੂੰ ਸੋਧੋ, ਇਹਨਾਂ ਦੀ ਸੁਧਾਈ ਕਰੋ, ਇਹਨਾਂ ਨੂੰ ਆਪਣੇ ਮਨੁੱਖੀ ਜੀਵਨ ਦਾ ਮਕਸਦ ਦੱਸ ਕੇ ਆਪਣੇ ਰੱਬ ਰੂਪ ਹੋਣ ਦਾ ਬੋਧ ਕਰਾਓ। ਮੈਂ ਇਸ ਕਰਕੇ ਆਇਆ, ਜਨ ਪਰ ਉਪਕਾਰੀ ਆਏ। ਤੇ ਗੁਰੂ ਸਾਹਿਬ ਕਹਿੰਦੇ ਮੈਂ ਤੇ ਇਸ ਮਕਸਦ ਦੀ ਪੂਰਤੀ ਲਈ ਜੇ ਆਪਣਾ ਜੀਵਨ ਵੀ ਲੇਖੇ ਲਾਉਣਾ ਪਵੇ, ਤੇ ਮੈਨੂੰ ਮੇਰੇ ਵਾਹਿਗੁਰੂ ਨੇ ਦੱਸਿਆ ਕਿ ਇਹਦੇ ਵਿੱਚ ਤੇਰੇ ਗੁਰੂ ਹੋਣ ਦੀ ਕਾਮਯਾਬੀ ਹੈ, ਤੇਰੇ ਗੁਰੂ ਹੋਣ ਦਾ ਮਕਸਦ ਪੂਰਾ ਹੈ। ਔਰ ਗੁਰੂਦੇਵ ਕਹਿੰਦੇ ਮੈਂ ਜਦੋਂ ਤੁਹਾਡੇ ਨਾਲ ਮਿਲ ਬੈਠਦਾ ਤੇ ਤੁਹਾਨੂੰ ਵੀ
इस तरह की बेपरवाही विच। देखो ये फर्क समझ रही है। अज हाँ असी लापरवाह, लापरवाह का मतलब होंदा है अवेसलेपण दे विच, बेध्यानेपण दे विच, ज्ञान समझ विच नहीं, अज्ञानता विच जीवन जीवना। लापरवाही का मतलब यह है कि जो साडे लई भला है उस दी पछाण ना करनी, ते जो बुरा है उहदे विच गलतान रहना। योग अयोग की पछाण ना करनी, पता भी लग जाए तां भी उस नूं अपनाउणा नहीं, दृढ़ नहीं करना, ये लापरवाही है। पता है भई यह चीज़ां सेहत वास्ते नुकसानदायक ने। गुरु सवारे सिंह साहब, भाई रणजीत सिंह होरी रोज़ कही जाते हैं कि भाई आ परहेज रखो, थोड़ा जिहा आ सुचेतता वरतो, ऐदा मास्क बन के आया करो, इस तरीके नाल विचरिया करो, ये च तुहाडा भला है, साडा सारियां दा ही भला है। एक दूजे तो असी बीमारी ग्रहण करन जां दूजे नूं बीमारी देण तो बच सकते हैं, लेकिन फिर भी जे असी सुन के अनसुणी करिए, ये लापरवाही है। और जिंदगी दे विच महाराज कहंदे इदां दीयां ही लापरवाहियां तुसी रोज करदे हो। दरिया है, सरोवर है, समुंदर है, बहुत चंगा है। पानी है, वो पानी वगदा बहुत चंगा लगदा, कलोला करो तुसी उहदे नाल, उहनूं वरतो, पानी नाल खेडां कर सकते हो, पानी कोलों जीवन हासिल कर सकते हो। पर जे लापरवाह हो के पानी नाल सांझ पाई, डुबो देगा तुहानूं। इत्थे चिक्कड़ भी है, दलदल भी है। यही गल समझा रहे ने सच्चे पातशाह सानू, साडी लापरवाही की है। तित सरवरड़ है भई ले निवासा, पानी पावक तिनह किया, पंख जो मोह पग नहीं चालै, हम देखा तह डूबिए ले। भावें वो चिक्कड़ है, पर चिक्कड़ किथे है? पानी विच ही है ना जी, सरोवर विच ही है ना, दरिया विच ही है ना। ते साडी लापरवाही यह है कि इस संसार रूपी दरिया दे विच, संसार रूपी तालाब दे सरोवर दे विच रहने आ, पर सानू इहदे नाल रिश्ता नहीं बनाउणा आ रहा। समझ साडे कोल हैगी है, बना सकते हैं असी रिश्ता। किदां दा रिश्ता? जिदां दा चिक्कड़ ने बनाया होया, वाहिगुरू कमल फुल ने बनाया होया, जिदां दा भवरे ने बनाया होया। गुरुदेव कहंदे तुहाडे विच ते गुरु दे प्यारियां विच, गुरु दे नाल जुड़ियां च फर्क की है? गुरु ते गुरु दे प्यारे भंवरे दी न्याई ने, ते तुसीं जिहड़े संसार दी भीड़ विच गवाचे होए, लापरवाही विच, अवेसलेपण विच बेध्याने होके जीवन बतीत कर रहे हो, तुहाडी बिरती किस तरह दी है? डड्डू वर्गी। ये तुलना गुरु नानक साहब ने बाणी च कीती है। साहब कहते इसे करके मैं तुहानूं कहना आत्म चिंतन करया करो। महाराज सानू बार बार आत्म चीनण वास्ते कह रहे हैं। अपने जीवन का थोड़ा जिहा किते मिल बैठ के, कल्ले बैठ के, अपने भाई बंधा नाल, पत्नी नाल, पति नाल, भैन भरावां नाल, बच्चियां नाल कोई समा बैठो, आदत पाओ रोज दी। इन्हां रिश्तियां नूं सतसंगी रिश्ता बनाउण दे लई यतनशील होवो, सुचेत होवो। इहदे विचों तुहानूं कुछ इहो जिहे सतसंगी कीमती पल लभणगे जिहड़े तुहाडे सवासां दा भला कर सकदे है, तुहाडे जीवन विच तब्दीलियां लिया सकदे है, तुहाडे अवेसलेपण नूं, लापरवाही नूं जागृत सुचेत अवस्था विच बदल के गुरु दे नेड़े नेड़े, जीवन मकसद दे नेड़े नेड़े कर सकते हैं। तुहाडे अंदरों परमात्म रूप प्रगट कर सकते हैं। महाराज दे बचन ने, जिनी आत्म चीनिया परमात्म सोई, वो परमात्म रूप हो जाता है, रब रूप हो जाता है, उहदे अंदरों रब प्रगट हो जाता है, किते लभण दी लोड़ नहीं पैंदी। साहब कहंदे तुसीं ही हो रब रूप, तुहाडे अंदर रब्बी जोत जग रही है। ते गुरु नानक पातशाह ने ये अपने अंदरों रब्बी जोत प्रगट की, ते जदों
सिख बन के भाई लहणा जी आए, ये रब्बी जोत का प्रकाश उन्होंने दे अंदरों भी करवाता। तो भाई लहणा तो यात्रा शुरू हुई धन श्री गुरु अंगद देव पातशाह घालना सफल हो गई। इन्नी सफल हुई कि गुरु साहब प्रसन्न हो गए तो कहते मैं भाई लहणा तेरी इस जग्यासु रूप दे विच गुरु दरबार ते आके कीती घालना तो प्रसन्न होया। इन्नी सफल घालना, तेरी घालना नूं मैं नमस्कार करता। धन गुरु अंगद देव होया ते तैनूं मैं नमस्कार करता। 5 पासे नरेल रख के मत्था टेकिया। तेरे अंदर गुरु जोत प्रकाशी गई है भाई लहणा, तुसी धन श्री गुरु अंगद देव होए। इस तरह ही ये यात्रा अगे तुरदी है। भाई अमरदास जी, बाबा अमरदास जी धन श्री गुरु अमरदास साहब बनते हैं। भाई जेठा जी धन श्री गुरु रामदास साहब बनते हैं। अज जेड़ा पट जी साडे सामने रब्बी जोत नाल प्रकाशी हुई गुरु नानक पातशाह जी दी जोत नाल प्रकाशे हुए धन श्री गुरु रामदास साहब महाराज के रूप विच गुरु महिमा वर्णन कर रहे हैं। मैं शायद पिछली बारी भी बेनती की सी, ये शख्सी महिमा नहीं है, एक किसी व्यक्ति दी दुनियावी अमीरां वजीरां वांग कीती हुई चापलूसी वर्गी महिमा नहीं है, बल्कि गुरु जोत नाल अपनी सुरत जोड़ के अपने अंधेरे रूपी अज्ञान नूं दूर करके दैवी ज्ञान नाल प्रकाशे हुए पट साहिबान ने, पट मथरा जी ने सच बयान किया है। जिवें उन्होंने बिरती जोड़ी, जिवें उन्होंने सुरती जोड़ी, जिवें उन्होंने अपने अंदर ज्ञान होंदियां, संसार सुख साधन होंदियां, मान तान होंदियां फिर अपने अंदर बेचैनी महसूस की। असीं भी तो चल के आए हैं। थोड़ी जी अपने अंदर जग्यासा पैदा करिए गुरु प्यारिओ, थोड़ी जी प्यास जगाउण दा यतन करिए। ये विचार दा मैनू भी ते तुहानू भी लाहा तां ही होना है, नहीं तो सुनते पुनीत कहते पवित दा सच प्रगट नहीं जे होना। मैल नाल भरे आए हम मैल भरे दोहचारिया, ते मैल भरे दोहचारिया वांग ही इस संसार तो तुर जावांगे। रब करे ऐसा ना होवे। गुरु बख्शिश करन साडा गुरु दर ते आउणा, कुछ घड़ियां मिल बैठना, सत संगी रिश्ता बना के पट मथरा जी वांग सानू गुरु बख्शिश दा पात्र बना सके। सुरतियां बिरतियां नूं भट जी वांग सिख सेवक दे रूप विच, जग्यासू रूप विच गुरु नाल जोड़न दा यतन करिए। भट साहब कहंदे तारियो संसार माया मद मोहित, अमृत नाम दियो समरथ। धन गुरु रामदास पातशाह जी दे रूप विच गुरु जोत नाल, रब्बी जोत नाल प्रकाशे होए गुरु साहब किड्डी बख्शिश तुसीं कीती। पहलां तुहाडे ते होई, तुसीं घुंगड़ियां वेचदे वेचदे रोजी रोटी कमाउंदे कमाउंदे रोजी रोटी दा फिक्र करदे करदे तुहानू अपने सवासां नूं बख्शिश भरपूर बनाउण दा फिक्र पै गया। तुहाडे अंदर प्यास पैदा हो गई कि यह जेड़े गुरु अमरदास साहब दे दर ते सिख सेवक आउंदे है, इन्हां वांग मैनू भी गुरु दर तो आनंद लेना आ जाए। मेरे अंदर चिंता फिक्र जेड़े ने ये दूर हो जान। भावें वो रोजी रोटी दा है ते भावें वो संसार दी मान पदवियां प्राप्त करन दा है ते भावें कोई होर किसी भी गल दी चिंता कोई फिक्र है, ये मुक जावे। ते मुक गया। भाई जेठा तो धन श्री गुरु रामदास साहब बन के महाराज ने नमस्कार की गुरु अमरदास साहब ने ते सेवा लाती कि गुरु रामदास जी जिद्दां तुसीं अचिंत होए हो, बेपरवाही विच, बेमुहताजी विच, निरभै निर्वैर हो के रब नाल जुड़ के नानक भगतां सदा विगास दा सच अपने अंदर प्रगट किया। हुण तुसीं ये
गुरु नानक दे दरबार दी पर उपकारी सेवा निभाओ। तुसी हुण अपने वांग जिवें तुसी तरे हो, इस तित सरवरड़ा भईले निवासा पानी पावक तिनह किया, पंख जो मोह पग नहीं चाले हम देखा तह डूबी हले। ए बार बार डुबोण वाला, गोते खवाउण वाला, चिंता फिकरां दा, विकारी बिरतियां दी अग्नि दे तपश विच साड़न वाला इस संसार रूपी सरोवर इच तुहानू ते तरना आ गया, बेगमपुरे विच जाना आ गया। इन्हां नूं भी अपने दर ते आउण वालियां नूं भी इस पासे अधिकारी बनाओ। ते भट्ट मथरा जी आए, उन्हां ते बख्शिश हो गई ते वो सानू दस रहे ने कि मैनू ये पता लग्या गुरु रामदास साहब जी के जीवन में इस तरह की बख्शिश होंदी है। तारियो संसार माया मद मोहत, अमृत नाम दियो समरथ। संसार दे लोकां नूं तारिया, किन्हां नूं तारिया? जेड़े संसारक मोह माया दी बिरती दे इस सरोवर रूपी तालाब रूपी संसार दे तालाब रूपी चिक्कड़ दे विच गोते खा रहे सी, डुब रहे सी, रो रहे सी, कुरला रहे सी, बेचैन अशांत पैपीत होके जीवन बतीत कर रहे सी, भटकना च पए सी। माया मद मोहत, माया दे नशे विच मोहे होए, मद मस्त होए होए। इस बचन नूं समझण दी कोशिश करिए। असीं कहने जी सानू ते कोई नशा नहीं, असीं ते सूफी अवस्था विच हां, असीं कोई नशा नहीं कीता, असीं मदहोश नहीं हां, लड़खड़ाउंदे ही नहीं पए। महाराज कहंदे नहीं है सच है। कदी बैठो अपने आप नाल, सच्चे सुच्चे होके बैठो, लबादे ना पाओ, दंभ पखंड ना करो। अपनी ऊणताई है, उससे दर्शक बन के उसनूं समझो बुझो। जे भटकना है, जे बेचैनी है, जे किते डर सहम अंदर पिया है, जे किते चिंता की कोई अवस्था है, चिंता वालियां तरंगां उठ रही ने, दर्शक बनो इस गल दे और अपने अंदर ए चल रही बिरतियां जिहड़ियां ने इन्हां दा चिंतन करो, इहदे प्रति सुचेत हो। दो गल्लां करन वालियां ने जिहड़ियां बाणी च सानू समझाउंदे सतगुरु। पहली गल तां महाराज कहंदे कि अपनियां ऊणताइयां जदों तुहानू किते कल्ले बैठ के नज़र आउण ना, पछतावे दी अवस्था विच नहीं जाना। निंदक बिरती ते साडे अंदर है, ते ये निंदक बिरती बड़ी अजीबो गरीब है। ਅਸੀਂ ਦੂਜਿਆਂ ਨੂੰ ਛੁਟਿਆਉਣ, ਦੂਜਿਆਂ ਨੂੰ ਨਿੰਦਣ, ਦੂਜਿਆਂ ਨੂੰ ਭੰਡਣ ਦੇ ਉੱਤੇ ਸਾਰਾ ਸਮਾਂ એનર્ਜੀ ਲਾ ਦਿੰਦੇ ਆ, ਦੂਜਿਆਂ ਨੂੰ ਮਾੜਾ ਹੀ ਕਹੀ ਜਾਂਦੇ ਆ, ਦੂਜਿਆਂ ਨੂੰ ਮਾੜਾ ਕਹੀ ਜਾਂਦੇ। ਪਰ ਬਹੁਤ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਗੁਰੂ ਪਿਆਰਿਓ, ਜਦੋਂ ਕਿਤੇ ਆਪਣੀ ਊਣਤਾਈ ਨਜ਼ਰ ਆਏ ਨਾ, ਉਹਨੂੰ ਜਾਂ ਤੇ ਅਸੀਂ ਦੂਜਿਆਂ ਕੋਲੋਂ ਛੁਪਾਉਣ ਦਾ ਯਤਨ ਕਰਦੇ ਹਾਂ ਦੰਭ ਪਖੰਡ ਕਰਕੇ, ਤੇ ਜਾਂ ਫਿਰ ਜਦੋਂ ਸਾਨੂੰ ਪਤਾ ਲੱਗਣ ਲੱਗੇ ਅਸੀਂ ਆਪਣੇ ਹੀ ਨਿੰਦਕ ਬਣਨੇ ਸ਼ੁਰੂ ਹੋ ਜਾਂਦੇ। ਉਹ ਨਿੰਦਾ ਦੀ ਬਿਰਤੀ ਅਸੀਂ ਆਪਣੇ ਤੇ ਝੁਕਾਉਣ ਲੱਗ ਜਾਂਦੇ, ਸਵੈ ਨਿੰਦਕ ਹੋ ਜਾਂਦੇ ਆ, ਅਸੀਂ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਆ। ਮੇਰਾ ਕੀ ਬਣੇਗਾ, ਮੈਂ ਤੇ ਸਵਾਏ ਪਾਪਾਂ ਤੋਂ ਮੇਰੇ ਕੋਲ ਆਈ ਕੱਖ ਨਹੀਂ। ਔਰੰਗਜ਼ੇਬ ਇਸੇ ਅਵਸਥਾ 'ਚ ਹੀ ਗਿਆ ਨਾ, ਆਇਆ ਸੀ ਕਹਿੰਦਾ ਖਾਲੀ ਹੱਥ ਤੇ ਲੈ ਕੇ ਚੱਲਿਆ ਮੈਂ ਗੁਨਾਹਾਂ ਦੀ ਪੰਡ ਸਿਰ ਤੇ ਪਾਰ ਚੁੱਕ ਕੇ, ਪਤਾ ਨਹੀਂ ਮੇਰਾ ਕੀ ਬਣਨਾ। ਸਾਹਿਬ ਕਹਿੰਦੇ ਇਹ ਅਵਸਥਾ ਜਿਹੜੀ ਹੈ ਨਾ, ਇਹ ਭਿਆਨਕ ਅਵਸਥਾ ਹੈ, ਇਹ ਨਾ ਸਮਝੀ ਦੀ ਅਵਸਥਾ ਹੈ। ਨਾ ਤੁਸੀਂ ਸਵੈ ਨਿੰਦਕ ਬਣਨਾ, ਨਾ ਤੁਸੀਂ ਆਪਣੇ ਪਾਪਾਂ ਨੂੰ, ਆਪਣੇ ਗੁਨਾਹਾਂ ਨੂੰ, ਆਪਣੀਆਂ ਗਲਤੀਆਂ ਨੂੰ, ਆਪਣੀਆਂ ਨਾ ਸਮਝੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਹੈ। ਦਰਸ਼ਕ ਬਣ ਕੇ ਉਹਨਾਂ ਨੂੰ ਸਮਝੋ ਬੁੱਝੋ, ਤੇ ਫਿਰ ਗੁਰੂ ਦੀ ਬਾਣੀ ਦੀ ਕਸਵੱਟੀ ਨਾਲ, ਉਹਦੀ ਅਗਵਾਈ ਵਿੱਚ ਉਹਨਾਂ ਨੂੰ ਇੱਕ ਇੱਕ ਕਰਕੇ दूर किवें करना है। त्यागे मन की मतड़ी, आखदे हैं ना सच्चे पातशाह, त्यागना त्यागन नीका, काम क्रोध लोभ त्यागना, इनू त्यागना सीखो। ते त्यागन वास्ते कुछ ग्रहण करना सीखो। ग्रहण की करना, अजो भट्ट
ਮਥਰਾ ਜੀ ਸਾਨੂੰ ਦੱਸ ਰਹੇ ਨੇ। ਗੁਰੂ ਜੁਗਤ ਕਹਿੰਦੇ ਮੈਂ ਕੀ ਅਪਣਾਈ, ਤਾਰਿਓ ਸੰਸਾਰ ਮਾਇਆ ਮਦ ਮੋਹਤ, ਅੰਮ੍ਰਿਤ ਨਾਮ ਦਿਓ ਸਮਰੱਥ। ਮੈਨੂੰ ਸਾਰੀਆਂ ਸ਼ਕਤੀਆਂ ਵਾਲਾ ਸਰਬ ਸਮਰੱਥ ਸ਼ਕਤੀਸ਼ਾਲੀ ਅੰਮ੍ਰਿਤ ਨਾਮ ਗੁਰੂ ਕੋਲੋਂ ਪ੍ਰਾਪਤ ਹੋਇਆ। ਨਾਮ ਤੋਂ ਭਾਵ ਵਾਹਿਗੁਰੂ ਜੀ ਦੇ ਗੁਣਾਂ ਦਾ, ਚੰਗਿਆਈਆਂ ਦਾ ਚਿੰਤਨ, ਉਹਨਾਂ ਦੀ ਯਾਦ, ਉਹਨਾਂ ਦਾ ਚੇਤਾ, ਵਾਹਿਗੁਰੂ ਜੀ ਦੇ ਨਿਰਭਉ ਹੋਣ ਦਾ, ਵਾਹਿਗੁਰੂ ਜੀ ਦੇ ਨਿਰਵੈਰ ਹੋਣ ਦਾ, ਵਾਹਿਗੁਰੂ ਜੀ ਦੇ ਦਾਤਾਰ ਹੋਣ ਦਾ, ਵਾਹਿਗੁਰੂ ਜੀ ਦੇ ਰੱਖਿਅਕ ਹੋਣ ਦਾ, ਪ੍ਰਤਪਾਲਕ ਹੋਣ ਦਾ, ਕਰਤਾ ਹਰਤਾ ਹੋਣ ਦਾ, ਇਹ ਚਿੰਤਨ ਕਰਨਾ। ਤੇ ਨਾਲ ਇਹ ਚਿੰਤਨ ਕਰਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਚਿੰਤਨ ਕਰਨਾ। ਸਾਹਿਬ ਜੀ ਕਹਿੰਦੇ ਕੱਲੇ ਵਾਹਿਗੁਰੂ ਜੀ ਦਾ ਗੁਣਗਾਨ ਨਹੀਂ, ਵਾਹਿਗੁਰੂ ਜੀ ਦੇ ਗੁਣਗਾਨ ਦੇ ਨਾਲ ਨਾਲ ਮੈਂ ਕੌਣ ਹਾਂ, ਮੈਂ ਕਿਉਂ ਹਾਂ, ਮੈਂ ਕੀ ਕਰਨਾ ਇੱਥੇ ਆ ਕੇ, ਮੈਂ ਮਨੁੱਖ ਤੋਂ ਭਗਤ ਤੇ ਰੱਬ ਰੂਪ, ਇਹ ਕਿਵੇਂ ਹੋਣਾ। ਇਹ ਸਿਮਰਨ ਹੈ, ਇਹ ਨਾਮ ਦੀ ਕਮਾਈ ਹੈ। ਤੇ ਇਹ ਐਸਾ ਨਾਮ ਹੈ ਜਿਹੜਾ ਤੁਹਾਨੂੰ ਮਰਨ ਹਾਕਿਆਂ ਨੂੰ ਅਮਰ ਕਰਨ ਦੀ ਤਾਕਤ ਰੱਖਦਾ ਹੈ। ਇਸੇ ਕਰਕੇ ਇਸ ਨੂੰ ਅੰਮ੍ਰਿਤ ਨਾਮ ਆਖਿਆ ਹੈ। ਉਹ ਪਦਾਰਥ ਜਿਹੜਾ ਤੁਹਾਨੂੰ ਮਰਦਿਆਂ ਨੂੰ, ਭਟਕਦਿਆਂ, ਚਿੰਤਾਤੁਰ, ਭੈਭੀਤ ਹੋਇਆਂ ਨੂੰ ਇੱਕ ਬੇਪਰਵਾਹੀ ਦੀ, ਆਨੰਦ ਦੀ, ਨਿਰਭੈਤਾ ਦੀ ਅਵਸਥਾ ਵਿੱਚ ਲੈ ਜਾਏ। ਆ ਜਿਹੜੇ ਦਿਨ ਨੇ ਨਾ ਗੁਰੂ ਪਿਆਰਿਓ, ਮੈਂ ਬਹੁਤ ਅਧੀਨਗੀ ਨਾਲ ਤੁਹਾਨੂੰ ਬੇਨਤੀ ਕਰਨੀ ਹੈ, ਮੇਰੇ ਲਈ ਵੀ ਅਰਦਾਸ ਕਰਿਓ। ਇਹ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਹੈ ਨਾ ਸਾਡਾ, ਇਹ ਸਾਡੇ ਸਿੱਖ ਕਹਾਉਣ ਵਾਲਿਆਂ ਦੇ ਲਈ ਬਹੁਤ ਅਨਮੋਲ ਸਮਾਂ ਹੈ। ਇਹ ਇੱਕ ਇੱਕ ਦਿਨ ਸ਼ਹੀਦੀਆਂ ਦਾ ਸਮਾਂ ਹੈ। ਇੱਕ ਇੱਕ ਦਿਨ ਜਿਹੜਾ ਇਹਨਾਂ ਦਿਨਾਂ ਵਿੱਚ ਨਾ ਆਨੰਦਪੁਰੀ ਦੀ ਧਰਤੀ ਤੇ ਜਿਹੜੇ ਕੌਤਕ ਹੋਏ ਨੇ, ਇਹ ਹੁਣੇ ਹੀ ਪਿੱਛੇ ਅਸੀਂ 8 ਤਾਰੀਖ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਹਜ਼ੂਰ ਦਾ ਸ਼ਹੀਦੀ ਪੁਰਬ ਬਣਾ ਕੇ ਹਟੇ। ਉਹਨਾਂ ਦੇ ਨਾਲ ਨਾਲ ਭਾਈ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਹਨਾਂ ਹੀ ਦਿਨਾਂ ਵਿੱਚ ਕੌਤਕ ਵਾਪਰੇ ਜਦੋਂ ਆਨੰਦਪੁਰੀ ਦੀ ਧਰਤੀ ਤੇ ਕਿਸੇ ਨੇ ਮਨੁੱਖ ਤੋਂ ਸਿੱਖ ਬਣ ਕੇ, ਸੇਵਕ ਬਣ ਕੇ ਗੁਰੂ ਰੂਪ ਦਾ ਆਪਣੇ ਅੰਦਰ ਅਹਿਸਾਸ ਜਗਾਇਆ ਤੇ ਆਪਣੀ ਭੈ ਵਾਲੀ, ਆਪਣੀ ਚਿੰਤਾਤੁਰ ਅਵਸਥਾ ਨੂੰ, ਹੀਣ ਭਾਵਨਾ ਨੂੰ ਖਤਮ ਕਰਕੇ ਇੱਕ ਬੇਪਰਵਾਹੀ ਦੀ ਜ਼ਿੰਦਗੀ ਜਿਉਣ ਦੇ ਅਧਿਕਾਰੀ ਬਣੇ। ਇਹਨਾਂ ਹੀ ਦਿਨਾਂ ਦੇ ਵਿੱਚ ਇੱਕ ਕੌਤਕ ਵਾਪਰਿਆ। ਭਾਈ ਸਾਹਿਬ, ਭਾਈ ਬਚਿੱਤਰ ਸਿੰਘ ਜੀ ਦੀ ਸਾਖੀ ਤੁਸੀਂ ਸੁਣਦੇ ਹੋ, ਬਹੁਤ ਵਾਰੀ ਆਪਾਂ ਸੁਣੀ। ਨਾਗਨੀ ਵਰਸ਼ਾ, ਮਸਤ ਹਾਥੀ ਪਹਾੜੀਆਂ ਨੇ, ਪਹਾੜੀ ਰਾਜਿਆਂ ਨੇ, ਮੁਗਲਾਂ ਨੇ ਭੇਜਿਆ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ, ਤੇ ਭਾਈ ਦੁਨੀ ਚੰਦ ਨੂੰ ਆਖਿਆ, ਮਸੰਦ ਜਿਹੜੇ ਗੁਰੂ ਘਰ ਦੇ ਵਿੱਚ 24 ਘੰਟੇ ਰਹਿਣ ਵਾਲੇ, ਉਹਨੂੰ ਆਖਿਆ ਵੀ ਮੁਕਾਬਲਾ ਕਰਨਾ, ਪਰ ਨਹੀਂ, ਭੱਜ ਗਿਆ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਗੁਰੂ ਕੋਲ ਆਉਣਾ ਬਹੁਤ ਮੁਬਾਰਕ ਹੈ। ਇਹ ਸੰਜੋਗਾਂ ਦੀ ਗੱਲ ਹੈ, ਖੁਸ਼ਕਿਸਮਤੀ ਦੀ ਗੱਲ ਹੈ, ਲੇਕਿਨ ਗੁਰੂ ਕੋਲ ਆ ਕੇ ਗੁਰੂ ਜੁਗਤ ਨੂੰ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਆਪਣਿਆਂ ਵਾਂਗ ਆਪਣੇ ਭਲੇ ਲਈ ਵਿਚਾਰ ਕੇ ਦ੍ਰਿੜ ਕਰਨਾ ਤੇ ਕਮਾਉਣਾ, ਇਹ ਵਿਰਲਿਆਂ ਦੀ ਕਹਾਣੀ ਹੈ। ਜਿਸ ਧਾਰਮਿਕ ਸ਼੍ਰੇਣੀ ਚੋਂ ਮੈਂ ਆ, ਭਾਈ ਰਣਜੀਤ ਸਿੰਘ ਹੋਰੀ ਨੇ ਉਸੇ ਧਾਰਮਿਕ ਸ਼੍ਰੇਣੀ ਚੋਂ ਭਾਈ ਦੁਨੀ ਚੰਦ ਨੇ, ਪਰ ਭਾਈ ਦੁਨੀ ਚੰਦ ਜੀ ਦੇ ਹਿੱਸੇ ਵਿੱਚ ਨਹੀਂ ਆਈ ਇਹ ਦਾਤ। ਉਹ ਗੁਰੂ ਜੋਤ ਤੇ ਭਰੋਸਾ ਨਹੀਂ ਕਰ ਸਕੇ, ਗੁਰੂ ਬਚਨ ਤੇ ਭਰੋਸਾ ਨਹੀਂ ਕਰ ਸਕੇ, ਉਹਨੂੰ ਆਪਣੇ ਸਵਾਸਾਂ ਦੇ ਭਲੇ ਵਾਸਤੇ ਸਮਝ ਬੁੱਝ ਕੇ ਦ੍ਰਿੜ ਨਹੀਂ ਕਰ ਸਕੇ। ਨਤੀਜਾ ਇਹ ਨਿਕਲਿਆ ਕਿ ਗੁਰੂ ਦੇ ਸਿੱਖ ਸੇਵਕ ਹੋਣ ਦਾ ਜਦੋਂ ਪ੍ਰਮਾਣ
देण दी गल आई, भज गए। गुरु ने आख्या सवेरे मुकाबला करेगा मेरा ये भाई दुनी चंद हाथी, रिष्ट पुष्ट शरीर वाले सी, लेकिन रात नूं गुरु दा प्यार विसर गया, मौत दा पै छा गया सोच ते। साहब कहंदे आ है इत्थे भेद पिया सारा। तां भट्ट साहब कहंदे फुन कीरत वंत सदा सुख संपत, रिद अर सिद्ध न छोड़े साथ, दान बड़ो अतवंत महाबल, सेवक दास कहो ए तथ। ए बचन ध्यान। साहब कहंदे मैं ये तथ दी गल, सच दी गल, सेवक बन के, दास बन के आप देखिया जो वो तुहानूं दस रहा। तुसीं दास सिख सेवक बन के ते देखो गुरु दे कैसियां बख्शिशां हुंदियां ने। भाई दुनी चंद नूं इह गल ते भरोसा नहीं बजिया, उन्हें सच करके नहीं जानिया, पर भाई बचित्र सिंह होरां ने जान लिया। ते गुरु नूं की कहंदे है, पातशाह तुहाडा हुक्म ते सिर मथे है, पर बेनती है मेरी कि उत्थे जदों मुकाबला होवे ना ते मैं बचित्र सिंह ना होवां, उत्थे तुसीं आप होयो। उत्थे गुरु गोबिंद सिंह साहब मुकाबला करन, मैं नहीं। बस आ फर्क है गुरु प्यारिओ, जिहड़ा असीं समझना है। आ जिहड़ा बचन शुरू कीता सी ना, तारियो संसार माया मद मोहत, अमृत नाम दियो समरथ, उहदा भाव आए। साडी जिंदगी शुरू होंदी है जदों ना, जो 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 नहीं आयो तेह ते भरमायो। किथे भरम जाने आ असीं? मैं। साडी जिंदगी दा आरंभ ते साडी जिंदगी दा अंत इस मैं तो शुरू हो के ते फिर मैं दे पसारे विच, मैं दी ऐ मेरा ओ मेरा, बस वो मेरे दा ही पसारा है, मैं ते मेरे दा ही पसारा है, अपने करते होण दा पसारा है। मैं साडे केंद्र बिंदु विच है। महाराज कहंदे वाहिगुरु जी ने साडे अंदर पाती सी हौमै, ते चाहिदा ए सी कि इस मैं मेरा मेरा तो तू तू तेरा तेरा तक दी तुसीं यात्रा कर दे। ते अखीर ते यात्रा करदियां करदियां एक अवस्था आउंदी, तू तू करता तू हुआ मुझ में रहा ना हूं, जब आपा पर का मिट गया जत देखा तत तू। भाई बचित्र सिंह कहंदे मैं ना होवां उत्थे, मैं करता नहीं हां। मैं अपनी जिंदगी दे विच ना हम किया ना करेंगे, ना कुछ ना कर सके शरीर, मैं कुछ नहीं कर सकता। जो कुछ किया सो हर किया। साहब कहंदे तुसीं जो गुरु कोलों आके सीखना है, अपने अज्ञान नूं ज्ञान विच बदलना है, वो ये कि जिहड़ा मैं करता हां, मैं हां, इस मैं दे करतेपण नूं तू दे करते विच बदलना है। नहीं, मैं कुछ करन जोगा नहीं, मैं कुछ ग्रहण करन जोगा नहीं, मेरी कोई समझ नहीं, मेरे कोल कोई ज्ञान नहीं। साहब कहंदे ज्ञान दा दावा लैके इत्थे आओगे, प्रीति चंद ते बन सकोगे, दातू ते बन सकोगे, धन गुरु अर्जन देव पातशाह दी बख्शिश ते अधिकारी नहीं बन सकोगे। और यही साडे अंदर सब तो वड्डी खामी। असी विद्वान ज्ञानी पंडित ते होर पता नहीं की बन जाने आ, लीडर बन जाने आ, प्रधान सकत्तर बन जाने आ, असी सिख सेवक नहीं बन पाते, दास नहीं बन पाते। अपना करतापन साडे सिर चढ़ के साडी समझ ते बोलदा, भगत नहीं बनना आ रहा। पातशाह कहंदे गुरु कोल आउण दा मकसद ज्ञानां दे पदवियां दे दावे करना नहीं, वड्डे वड्डे करतेपण दे ऐलानां विच दावियां विच जिउणा नहीं, मिटाउणा अपने आप नूं। तां ही गुरुदेव कहंदे है भगत श्रेष्ठ है। क्यों श्रेष्ठ है? राजियां महाराजियां नालों, ज्ञानियां पंडितां विद्वानां नालों भगत श्रेष्ठ है, क्योंकि भगत नूं अपना आपा मिटाउणा आ गया, पंडितां ज्ञानियां विद्वानां नूं अपना आपा जताउणा ही आउंदा है। पंडित सूर छत्रपत दाता भगत बराबर और ना कोई।
ये सारे महाराज कहते भगत के बराबर नहीं हो सकते, क्योंकि दुनी चंद ते बनना आ जाता है, भाई साहब बचित्र सिंह बनना नहीं आता। ते भाई बचित्र सिंह जदों जूझते है, भाई दुनी चंद ते हारदा है, ते भाई बचित्र सिंह जितते ने, क्योंकि वो जित कहते मेरी नहीं, गुरु उत्थे है, मैं तो है ही नहीं करता, मैं नहीं हाँ, कुछ भी मेरे कोलों नहीं हो सकना, गुरु साहब तुसीं करायो, मेरे अंदर ये समझ दृढ़ होवे। ते पातशाह कहंदे भाई बचित्र सिंह आ फड़ नागनी बरछा, ये कला नागनी बरछा नहीं है, इस तरह के शस्त्र ते बहुत होर, इस नागनी बरछे विच गुरु नानक पातशाह की मेहर है, इहदे च गुरु नानक पातशाह की बख्शिश की ताकत है। जाओ गुरु दियां रखां तुहाडे नाल, कोई दुनिया की ताकत तुहानूं हरा नहीं सकती ते नहीं हरा। वो सब तो ताकतवर जिहड़ा गिणदे सी ना वसीला कि इस मस्त हाथी नाल तोड़ देंगे दरवाजा, उस मस्त हाथी ने आप ही अपना नुकसान नहीं कराया, वो फौजा भी लताड़ियां। इदां ही महाराज कहंदे विकारां रूपी फौज लताड़ी जाती है। जदों तुसीं सिख सेवक बन के अपने आप नूं गुरु दे हवाले करदे हो, फिर तुसीं नहीं कुछ भी कर रहे होंदे, तुहाडी जगह दे उत्ते गुरु दी मत, गुरु वल्लों मिलिया होया नाम सिमरन गुणगान वो शक्तिशाली होके काम करदा है। ते उस वेले आ रिद्धियां सिद्धियां ते कुछ भी नहीं। पातशाह कहंदे वाहिगुरु जी पाछे लागो हर फिरै, कहत कबीर कबीर, वाहिगुरु जी भी तुहाडी हर बेनती नूं प्रवान करके खुद तुहानूं पुछदे है, दस की चाहिदा है। भट्ट साहिब कहंदे फुन कीरतवंत सदा सुख संपत। गुरु रामदास जी गुरु नानक दे घर विच तुहानूं आ दातां मिलियां होईयां ने, मैं देखिया है, महसूस कीता है। तुहाडे कोल वाहिगुरू जी दी सिफत सलाह है, तुहाडे कोल दुनिया दी वो दैवी खुशियां दी दात जायदाद है, संपत्ति है। रिद्धियां सिद्धियां तुहाडा साथ नहीं छड्डदियां, रिद्ध ना सिद्ध, रिद्ध अर सिद्ध ना छोड़े सथ, सथ दा मतलब साथ। दान वडो अतवंत महाबल, इत्थे दान दानी नन्ने नूं सिहारी है, दानी दा संखेप रूप दान। दान वडो अतवंत महाबल, महाबली लल्ले नूं सिहारी है, महाबली तो ये महाबली बनया लफ्ज तोल तुकांत नूं पूरा रखण वास्ते। तुसीं वड्डे दानी हो क्योंकि दातां वंडदे हो, नाम दियां गुरु नानक पातशाह दे दैवी ज्ञान दियां तुसीं दातां वंडदे हो। महाबली हो, तुसीं सारे विकारां नूं फतेह कर लिया। सेवक दास कहो एह तथ, मैं दास सेवक भट मथरा, ये तथ दी गल कर रहे हैं, सच कह रहे हैं। और दुनिया वाले हो, गुरु कोल आउण वाले हो, सुनो इस गल नूं ध्यान नाल। ताहे कहां परवाह काहू की, जाके बसीस धरियो गुर हथ। याद रखियो, मैं ये अनुभव किया। भट मथरा जी कहते जाके बसीस, बसीस का मतलब बसीस सिर दे उत्ते, जिस दे भी सिर दे उत्ते गुरु दी बख्शिश दा हथ रखिया गया, ताहे कहां परवाह काहू की, उन्होंने किस गल दी परवाह रहिंदी है जी। जदों मैनू ये गल दृढ़ हो गई सतगुर मेरा बेमुहताज, तो फिर मैं गुरु दा सेवक बनने वाला, मैं मुहताज किवें रह सकता जी। फिर मैनू मुहताजी किस गल दी, मैनू परवाह किस गल दी। हाँ मैनू परवाह सी, चिंता सी, फिक्र सी, इस करके क्योंकि मैं लापरवाह होके सिख बनया। लापरवाही वाला, अज्ञानता वाला, अवेसरेपन वाला सिख कहाया बन नहीं सकिया सुचेत सिख। भाई बचित्र सिंह वांग जे बनना आ जांदा, मेरे अंदरला मौत दा भै, मेरे अंदर दी तृष्णा, मेरे अंदरलियां दुनियावी भुखां ਜਿਹੜੀਆਂ गैर कुदरती रूप दे विच मैनू दिने रात हरकाए कुत्ते वांग भटकाउंदियां फिरदियां, जिहड़ा महाराज कहंदे जूं कुकर हरकाया तावै दह दिस जाए, इदां भटकदा फिरदा, इदां भयभीत होके चिंतातुर होके जीवन जीव रहे हैं। पर भाई बचित्र सिंह होरां नूं कोई परवाह नहीं,
ਉੱਥੇ ਸ਼ਹੀਦ ਹੋ ਗਿਆ ਤੇ ਫਿਰ ਕੀ ਹੋਵਾਂਗਾ? ਮੇਰੇ ਪਰਿਵਾਰ ਦਾ ਕੀ ਬਣੇਗਾ? ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਨੇ, ਭਾਈ ਦਿਆਲਾ ਜੀ ਨੇ ਇਦਾਂ ਨਹੀਂ ਸੋਚਿਆ ਜਿਵੇਂ ਅਸੀਂ ਸੋਚਦੇ ਹਾਂ। ਤਾਂ ਹੈ ਕਹਾਂ ਪਰਵਾਹ ਕਾਹੂ ਕੀ, ਕਾਹਦੀ ਪਰਵਾਹ ਹੈ? ਜਦੋਂ ਮੇਰੀ ਪਰਵਾਹ ਮੇਰੇ ਸਤਿਗੁਰੂ ਨੇ ਕੀਤੀ ਤੇ ਮੇਰੇ ਪਰਿਵਾਰ ਦੀ ਵੀ ਪਰਵਾਹ ਮੇਰੇ ਸਤਿਗੁਰੂ ਕਰਨਗੇ। ਜਦੋਂ ਮੈਂ ਕੁਝ ਕਰ ਹੀ ਨਹੀਂ ਸਕਦਾ, ਕਰਤਾਪਣ ਮੇਰੇ ਸਤਿਗੁਰੂ ਦੇ ਹੱਥ, ਮੇਰੇ ਵਾਹਿਗੁਰੂ ਦੇ ਹੱਥ ਹੈ, ਤੇ ਫਿਰ ਮੇਰੇ ਲਈ ਭਲਾ ਇਹ ਹੈ ਕਿ ਮੈਂ ਆਪਣੇ ਆਪ ਨੂੰ ਮਨ ਬਚਨ ਕਰਕੇ ਗੁਰੂ ਦੇ ਸਮਰਪਿਤ ਕਰ ਦਿਆਂ। ਫਿਰ ਜੋ ਗੁਰੂ ਉਦਮ ਕਰਵਾਵੇ, ਜੋ ਕਿਰਤ ਮੇਰੇ ਕੋਲੋਂ ਗੁਰੂ ਕਰਵਾਵੇ, ਮੈਂ ਗੁਰੂ ਨੂੰ ਆਖਿਆ ਪਾਤਸ਼ਾਹ ਮੇਰੇ ਕੋਲੋਂ ਕੁਕ੍ਰਿਤ ਨਾ ਕਰਵਾਇਓ, ਸੁਕ੍ਰਿਤ ਕਰਵਾਇਓ। ਮੈਂ ਇਸ ਸੰਸਾਰ ਦੇ ਵਿੱਚ ਭਾਈ ਸੱਜਣ ਜੀ ਵਾਂਗ ਆਪਣੀਆਂ ਗਲਤੀਆਂ ਦਾ ਹੀ ਮਾਣ ਨਾ ਕਰਾਂ, ਆਪਣੀਆਂ ਗਲਤੀਆਂ ਦੇ ਉੱਤੇ ਹੀ ਇਸ ਗੱਲ ਦਾ ਹੰਕਾਰ ਨਾ ਕਰਾਂ ਕਿ ਮੈਂ ਦੁਨੀਆ ਨੂੰ ਬੁੱਧੂ ਬਣਾ ਲਿਆ, ਮੈਂ ਠੱਗ ਲਿਆ, ਮੈਂ ਇੱਥੇ ਧੋਖਾ ਕੀਤਾ, ਮੈਂ ਇੱਥੇ ਪਛਾੜਤਾ, ਤੇ ਇਹਦੇ ਲਈ ਦਿਨ ਰਾਤ ਭੱਜਿਆ ਰਿਹਾ। ਜਿੱਦਣ ਬੈਠਿਆ ਸਤਿਗੁਰੂ ਕੋਲ ਉਦਣ ਸਮਝ ਆ ਗਈ, ਉਹ ਸੱਜਣਾ ਕਿਹੜੇ ਕੁਫਕੜੇ ਪਿਆ, ਕਿਹੜੇ ਪੁੱਠੇ ਕੰਮਾਂ 'ਚ ਪਿਆ। ਦੁਨੀਆ ਤੇਰੇ ਇਸ ਨੂੰ ਧਰਮਸਾਲ ਕਹਿੰਦੀ ਹੈ, ਸਥਾਨ ਨੂੰ, ਤੈਨੂੰ ਭਗਤ ਕਹਿੰਦੀ ਹੈ, ਪਰਉਪਕਾਰੀ ਕਹਿੰਦੀ ਹੈ। ਸੱਚ ਕੀ ਹੈ ਤੇਰਾ? ਤੂੰ ਤੇ ਕਾਤਲ ਹੈ, ਤੂੰ ਤੇ ਕਤਲਗਾਹ ਬਣਾਈ ਹੋਈ ਹੈ। ਛੱਡ ਪਰੇ ਇਸ ਗੱਲ ਨੂੰ, ਆ ਦੇਖ ਗੁਰੂ ਤੈਨੂੰ ਕੀ ਦੱਸ ਰਿਹਾ ਹੈ। ਤੇ ਆਖਿਆ ਜੋੜ ਲਓ ਆਪਣੇ ਚਰਨਾਂ ਨਾਲ, ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰਵਾ ਲਓ, ਬਸ ਹੋ ਗਿਆ ਜੋ ਪਿੱਛ। ਸਾਹਿਬ ਕਹਿੰਦੇ ਐਸ ਬਿਰਤੀ ਵਿੱਚ ਕਿਤੇ ਆਉਣਾ ਸਿੱਖ ਲਓ ਤਾਂ ਤੁਹਾਡਾ ਗੁਰੂ ਕੋਲ ਆਉਣਾ ਵੀ, ਪੱਟ ਮੱਥਰਾ ਜੀ ਕਹਿੰਦੇ, ਸਫਲਾ ਹੋ ਸਕਦਾ ਜਿਵੇਂ ਮੇਰਾ ਹੋ ਗਿਆ। ਸਾਹਿਬ ਜੀ ਰਹਿਮਤ ਕਰਨ ਸਾਨੂੰ ਪੱਟ ਜੀ ਦੇ ਇਹਨਾਂ ਬਚਨਾਂ ਨੂੰ ਵਿਚਾਰਦੇ ਹਾਂ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਵਾਂਗ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਤੇ ਭਰੋਸਾ ਕਰਕੇ ਬੇਪਰਵਾਹੀ ਵਾਲਾ ਜੀਵਨ ਨਸੀਬ ਹੋ ਸਕੇ। ਆਪਣੀਆਂ ਲਾਪਰਵਾਹੀਆਂ ਕਰਕੇ, ਆਪਣੀਆਂ ਵਿਕਾਰੀ ਅਗਿਆਨੀ ਬਿਰਤੀਆਂ ਕਰਕੇ, ਦੁਨੀਆ ਦੇ ਮੋਹ ਮਾਇਆ ਦੇ ਚਿੱਕੜ ਵਿੱਚ ਫਸ ਕੇ ਭਟਕੇ ਹੋਏ ਬੇਚੈਨ ਅਸ਼ਾਂਤ ਜੀਵਨ ਜਿਉ ਰਹੇ ਹਾਂ। ਇਸ ਨੂੰ ਅਸੀਂ ਗੁਰੂ ਜੁਗਤ ਦੇ ਵਿੱਚ ਜਿਉਂਦੇ ਹਾਂ। ਪੱਟ ਮੱਥਰਾ ਜੀ ਵਾਂਗ ਗੁਰੂ ਕੋਲੋਂ ਵਾਹਿਗੁਰੂ ਜੀ ਦਾ ਗੁਣਾਂ ਦਾ ਚਿੰਤਨ ਸਿਮਰਨ ਪ੍ਰਾਪਤ ਕਰਕੇ ਤੂੰ ਹੀ ਦੇ ਵਿੱਚ ਜਿਉਣ ਦਾ ਬਲ ਸਿੱਖ ਸਕੀਏ, ਪ੍ਰਾਪਤ ਕਰ ਸਕੀਏ, ਸਮਝ ਪ੍ਰਾਪਤ ਕਰ ਸਕੀਏ, ਤਾਂ ਕਿ ਸਾਡਾ ਗੁਰੂ ਦਰ ਤੇ ਆਉਣਾ ਸਫਲਾ ਹੋ ਜਾਏ। ਇਹਨਾਂ ਦਿਨਾਂ ਵਿੱਚ ਬੈਠੀਏ ਆਪਣੇ ਪਰਿਵਾਰਾਂ ਨਾਲ, ਗੁਰੂ ਸਾਹਿਬ ਦੀ ਬਾਣੀ ਦਾ ਕੋਈ ਬਚਨ, ਗੁਰ ਇਤਿਹਾਸ ਦਾ ਕੋਈ ਵਾਕਿਆ ਆਪਣੇ ਬੱਚਿਆਂ ਨਾਲ ਬੈਠ ਕੇ ਸਾਂਝਾ ਕਰੀਏ, ਤਾਂ ਕਿ ਸਤ ਸੰਗੀ ਰਿਸ਼ਤਿਆਂ ਨਾਲ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਸਕੀਏ। ਇਹਨੇ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ